हेलो स्टूडेंट, ਅੱਜ ਆਪਾਂ ਪੰਜਾਬ ਪਟਵਾਰੀ ਦੇ ਲਈ ਐਗਰੀਕਲਚਰ ਸਟਾਰਟ ਕਰਨ ਜਾ ਰਹੇ ਹਾਂ ਤੇ ਇਸ ਤੋਂ ਪਹਿਲਾਂ ਆਪਾਂ ਪੰਜਾਬ ਹਿਸਟਰੀ ਐਂਡ ਕਲਚਰ ਦਾ ਸਪੈਸੀਫਿਕ ਜੀਕੇ ਦਾ ਇੱਕ ਟੌਪਿਕ ਹੈ ਉਹਨੂੰ ਆਪਾਂ ਕੰਪਲੀਟ ਕਰ ਚੁੱਕੇ ਹਾਂ ਪੰਜਾਬ ਐਗਜ਼ਾਮ ਪੁਆਇੰਟ ਚੈਨਲ ਦੇ ਉੱਤੇ। ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਨਾ ਵੀਡੀਓਜ਼ ਨੂੰ ਤਾਂ ਪੰਜਾਬ ਐਗਜ਼ਾਮ ਪੁਆਇੰਟ ਚੈਨਲ ਦੇ ਉੱਤੇ ਪਲੇਲਿਸਟ ਵਿੱਚ ਜਾ ਕੇ ਵਿਜ਼ਿਟ ਕਰ ਸਕਦੇ ਹੋ। ਸੋ ਅੱਜ ਆਪਾਂ ਐਗਰੀਕਲਚਰ ਸਟਾਰਟ ਕਰਨ ਜਾ ਰਹੇ ਹਾਂ ਪਾਰਟ ਫਸਟ ਦੇ ਨਾਲ ਤੇ ਆਪਣਾ ਫਸਟ ਕੁਐਸਚਨ ਹੈ ਜੀ which of the following is not a allied activity ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਐਕਟੀਵਿਟੀ ਨੂੰ allied activity ਨਹੀਂ ਮੰਨਿਆ ਜਾਂਦਾ। ਸੋ ਸਟੂਡੈਂਟ ਇਸ ਕੁਐਸਚਨ ਦਾ ਫਰਸਟਲੀ ਤੁਸੀਂ ਆਨਸਰ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਜਿਵੇਂ ਆਪਾਂ ਦੇਖ ਰਹੇ ਹਾਂ ਕਿ ਐਨੀਮਲ ਹਸਬੈਂਡਰੀ ਜੋ ਪਸ਼ੂ ਪਾਲਦੇ ਨੇ ਉਹ ਵੀ ਇੱਕ allied activity ਹੁੰਦੀ ਹੈ, ਠੀਕ ਹੈ। पोल्ट्री फार्मिंग भी एक अलाइड एक्टिविटी होंगी है, लाइफ स्टॉक भी की होंगी एक अलाइड एक्टिविटी होंगी है। ते बच्चे किहड़ा ग्रोसरी स्टोर जो ग्रोसरी स्टोर होंदा है जिथों आपां नूं अपने डेली रूटीन वाली चीज़ां मिलदियां ने वो एक अलाइड एक्टिविटी नहीं होंदी। सो अपना इस क्वेश्चन का आंसर होगा जी ऑप्शन डी, ठीक है जी। अपना नेक्स्ट क्वेश्चन है हाउ मच परसेंट एग्रीकल्चर इज कंट्रीब्यूटिंग इन इंडिया GDP कि जो एग्रीकल्चर है ਉਹ ਇੰਡੀਆ ਦੀ ਜੀਡੀਪੀ ਕੀ ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ, ਠੀਕ ਹੈ। ਇਸ ਦੇ ਵਿੱਚ ਕਿੰਨੀ ਕੰਟਰੀਬਿਊਸ਼ਨ ਕਿਹਦੀ ਹੈ ਐਗਰੀਕਲਚਰ ਦੀ ਕਿੰਨੀ ਕੰਟਰੀਬਿਊਸ਼ਨ ਹੈ। ਸੋ ਸਟੂਡੈਂਟ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਡੀ 17% ਤੋਂ ਲੈ ਕੇ 18% ਤੱਕ ਜੋ ਐਗਰੀਕਲਚਰ ਤੋਂ ਸਾਨੂੰ ਇਨਕਮ ਹੁੰਦੀ ਹੈ ਨਾ ਉਹ ਇੰਡੀਆ ਦੀ ਜੀਡੀਪੀ ਦੇ ਵਿੱਚ ਕੰਟਰੀਬਿਊਟ ਕਰਦੀ ਹੈ। ਆਲਮੋਸਟ ਜੇ ਆਪਾਂ ਦੇਖਿਆ ਜਾਵੇ 52% ਤੋਂ ਲੈ ਕੇ ਜੋ 60% ਤੱਕ ਪੋਪੂਲੇਸ਼ਨ ਹੈ ਨਾ ਉਹ ਐਗਰੀਕਲਚਰ ਤੇ ਹੀ ਡਿਪੈਂਡੇਬਲ ਹੈ, ਐਗਰੀਕਲਚਰ ਤੇ ਹੀ ਡਿਪੈਂਡੇਬਲ ਹੈ, ਬੇਸ਼ੱਕ ਉਹ ਡਾਇਰੈਕਟਲੀ ਹੋਵੇ ਜਾਂ ਫਿਰ ਇਨਡਾਇਰੈਕਟਲੀ ਹੋਵੇ, ठीक है जी। तो एग्रीकल्चर विद अलाइड सेक्टर इज अ लार्जेस्ट सोर्स ऑफ लाइवहुड की है वो एक लार्जेस्ट सोर्स है लाइवहुड। तो अपना नेक्स्ट क्वेश्चन है जी विच ऑफ द फॉलोइंग इज नॉट अ क्रॉपिंग सीजन इन पंजाब कि हेठां लिखियां दे विचों ਕਿਹੜਾ ਕ੍ਰॉपिंग ਸੀਜ਼ਨ नहीं है पंजाब ਦੇ ਵਿੱਚ। ਕ੍ਰॉपिंग ਸੀਜ਼ਨ ਕਿਹੜਾ ਹੁੰਦਾ ਹੈ ਜਿਨ੍ਹਾਂ 'ਚ ਫਸਲਾਂ ਉਗਾਈਆਂ ਜਾਂਦੀਆਂ ਨੇ, ਠੀਕ ਹੈ। ਹੁਣ ਆਪਾਂ ਦੇਖ ਲੈਨੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਸੀਜ਼ਨ ਪੰਜਾਬ ਦੇ ਵਿੱਚ ਕ੍ਰॉपिंग ਸੀਜ਼ਨ ਨਹੀਂ ਮੰਨਿਆ ਜਾਂਦਾ। ਸੋ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਡੀ ਕਰੀਮ, ਠੀਕ ਹੈ। ਕਰੀਮ ਕੋਈ ਵੀ ਸੀਜ਼ਨ ਦਾ ਨਾਮ ਨਹੀਂ ਹੈ, ਠੀਕ ਹੈ। ਤਾਂ ਇਹ ਪੰਜਾਬ ਦੇ ਵਿੱਚ ਕ੍ਰॉपिंग ਸੀਜ਼ਨ ਦੇ ਵਿੱਚ ਇਨਕਲੂਡ ਨਹੀਂ ਹੁੰਦਾ। ਹੁਣ 1 ਬਾਈ 1 ਦੇਖ ਲੈਨੇ ਕਿ ਪੰਜਾਬ ਦੇ ਵਿੱਚ ਕ੍ਰॉपिंग ਸੀਜ਼ਨ ਕਿਹੜੇ ਹੁੰਦੇ ਨੇ। फर्स्ट है जी राबी सीजन, ठीक है। जो राबी सीजन है ਉਹਨੂੰ विंटर सीजन भी किया जाता है, मतलब कि सर्दियों ਦੇ ਵਿੱਚ जो फसलां उगदियां ने ਉਹਨੂੰ ਕਿਹੜਾ ਸੀਜ਼ਨ ਕਿਹਾ ਜਾਂਦਾ ਹੈ ਰਾਬੀ ਸੀਜ਼ਨ ਕਿਹਾ ਜਾਂਦਾ ਹੈ, ਠੀਕ ਹੈ। ਜਿਵੇਂ ਆਪਾਂ ਨਾਰਮਲ ਪਤਾ ਜਿਵੇਂ ਵੀਟ, ਠੀਕ ਹੈ। ਵੀਟ ਆਪਾਂ ਕਿ ਸਰਦੀਆਂ ਦੇ ਵਿੱਚ ਉਗਾਉਂਦੇ ਆ ਹੈਨਾ ਤੇ ਇਹ ਕਿਹੜੀ ਹੁੰਦੀ ਹੈ ਇਹ ਰਾਬੀ ਸੀਜ਼ਨ ਦੇ ਵਿੱਚ ਹੁੰਦੀ ਹੈ। ਹੁਣ ਆਪਾਂ ਦੇਖ ਲੈਨੇ ਕਿ ਸੋਇੰਗ ਪੀਰੀਅਡ ਕਿਹੜਾ ਹੁੰਦਾ ਹੈ ਰਾਬੀ ਸੀਜ਼ਨ ਦੇ ਵਿੱਚ। ਸੋਇੰਗ ਪੀਰੀਅਡ ਮਤਲਬ ਕਿ ਫਸਲ ਉਗਾਉਣ ਵਾਲਾ, ਫਸਲ ਉਗਾਉਣ ਵਾਲ ਕਿਹੜੇ-ਕਿਹੜੇ ਮਹੀਨਿਆਂ ਦੇ ਵਿੱਚ ਉਗਾਈਆਂ ਜਾਂਦੀਆਂ ਇਸ ਕੁਛ ਇਹਦਾ ਕੀ ਹੋਏਗਾ ਜੀ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ। ਕਿਹੜੇ ਮੰਥ ਦੇ ਵਿੱਚ ਫਸਲ ਉਗਾਈ ਜਾਂਦੀ ਹੈ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ। ਤੇ ਵਾਢੀ ਕਦੋਂ ਹੁੰਦੀ ਹੈ ਕਟਿੰਗ ਕਦੋਂ ਹੁੰਦੀ ਹੈ ਹਾਰਵੈਸਟਿੰਗ ਕਦੋਂ ਹੁੰਦੀ ਹੈ ਫਸਲਾਂ ਦੀ ਉਹ ਹੁੰਦੀ ਹੈ ਜੀ ਮਾਰਚ ਤੋਂ ਲੈ ਕੇ ਅਪ੍ਰੈਲ ਤੱਕ, ਮਾਰਚ ਤੋਂ ਅਪ੍ਰੈਲ ਤੱਕ। ਇਸ ਤੋਂ ਇਲਾਵਾ ਆਪਾਂ ਦੇਖ ਲੈਨੇ ਕਿ ਕਿਹੜੀਆਂ-ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਰਾਬੀ ਸੀਜ਼ਨ ਦੇ ਵਿੱਚ, ठीक है स्टूडेंट। तुसीं इन्हां नूं अपनी कॉपी पेन लैके नोट कर लेना है। जेकर तुहानूं एक सीजन ਦੀਆਂ फसलां याद रह जाणगीਆਂ ਤਾਂ ਤੁਸੀਂ क्योंकि एग्जाम ਦੇ ਵਿੱਚ क्वेश्चन आ ਜਾਂਦਾ है कि ਇਹਨਾਂ ਵਿੱਚੋਂ ਕਿਹੜੀ ਫਸਲ ਖਾਰਿਫ ਸੀਜ਼ਨ ਦੇ ਵਿੱਚ ਜਾਂ ਰਾਬੀ ਸੀਜ਼ਨ ਦੇ ਵਿੱਚ ਉਗਾਈ ਜਾਂਦੀ ਹੈ, ਠੀਕ ਹੈ। ਜੇਕਰ ਤੁਹਾਨੂੰ ਇੱਕ ਦਾ ਪਤਾ ਹੋਵੇਗਾ, ਜੇਕਰ ਤੁਹਾਨੂੰ ਇੱਕ ਸੀਜ਼ਨ ਦੀਆਂ ਸਾਰੀਆਂ ਫਸਲਾਂ ਦਾ ਪਤਾ ਹੋਏਗਾ ਤਾਂ ਤੁਸੀਂ ਐਲੀਮੀਨੇਟ ਕਰਕੇ ਆਨਸਰ ਦੇ ਸਕਦੇ ਹੋ। ਕਿਹੜੀਆਂ ਹੁਣ ਕਿਹੜੀ-ਕਿਹੜੀ ਫਸਲਾਂ ਰਾਬੀ ਸੀਜ਼ਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ ਵੀਟ, ਬਾਰਲੇ, मस्टर्ड, पीस, पोटैटोस, ग्राम। ये सारियां ही फसलां काहदे च उगाईयां जांदियां राबी सीजन दे विच। ये सारा कंटेंट किहड़ा राबी सीजन वास्ते है, ठीक है। इस तो इलावा हुण आपां डिस्कस कर लेने खारिफ सीजन, ठीक है। खारिफ सीजन किहड़ा हुंदा जिन्हों मॉनसून सीजन भी कहते हैं। ਜਿਹੜੀਆਂ ਫਸਲਾਂ ਮੌਨਸੂਨ ਸੀਜ਼ਨ ਦੇ ਵਿੱਚ ਉਗਾਈਆਂ ਜਾਂਦੀਆਂ ਉਹਨਾਂ ਨੂੰ ਖਾਰਿਫ ਸੀਜ਼ਨ ਕਿਹਾ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਉਹਦਾ ਸੋਇੰਗ ਪੀਰੀਅਡ ਕਿਹੜਾ ਹੁੰਦਾ ਫਸਲ ਉਗਾਉਣ ਵਾਲਾ ਪੀਰੀਅਡ ਕਿਹੜਾ ਹੁੰਦਾ ਜੂਨ ਦੇ ਮਹੀਨੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਜੂਨ ਆਲਮੋਸਟ ਜੁਲਾਈ ਦੇ ਵਿੱਚ।
ਹਾਰਵੈਸਟ ਕਦੋਂ ਕੀਤੀ ਜਾਂਦੀ ਹੈ, ਵੱਢੀਆਂ ਕਦੋਂ ਜਾਂਦੀਆਂ ਨੇ, ਅਕਤੂਬਰ ਦੇ ਵਿੱਚ, ਅਕਤੂਬਰ ਨਵੰਬਰ ਦੇ ਵਿੱਚ ਉਹਨਾਂ ਦੀ ਵਢਾਈ ਕੀਤੀ ਜਾਂਦੀ ਹੈ। ਤੇ ਇਸ ਦੇ ਵਿੱਚ ਫਸਲਾਂ ਕਿਹੜੀਆਂ ਕਿਹੜੀਆਂ ਉਗਾਈਆਂ ਜਾਂਦੀਆਂ ਨੇ, ਖਾਰਿਫ ਸੀਜ਼ਨ ਦੇ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ, ਰਾਈਸ, ਕਾਟਨ, ਜੂਟ, ਮੇਜ਼, सोयाबीन, ग्राउंडनट, तंबाकू, ज्वार, बाजरा, ਇਹ ਸਾਰੀਆਂ ਕਾਹਦੇ ਚ ਉਗਾਈਆਂ ਜਾਂਦੀਆਂ, ਖਾਰਿਫ ਸੀਜ਼ਨ ਦੇ ਵਿੱਚ, ਜਿਹਨੂੰ ਮੌਨਸੂਨ ਸੀਜ਼ਨ ਵੀ ਕਿਹਾ ਜਾਂਦਾ ਹੈ। ਹੁਣ ਤੀਸਰਾ, ਜਿੱਦਾਂ ਬੱਚਿਆਂ ਨੂੰ ਬਹੁਤ ਘੱਟ ਪਤਾ ਹੁੰਦਾ, ਜ਼ੇਦ ਸੀਜ਼ਨ, ਜ਼ੇਦ ਸੀਜ਼ਨ, ਜਿਹਨੂੰ ਸਮਰ ਦਾ ਸੀਜ਼ਨ ਵੀ ਕਿਹਾ ਜਾਂਦਾ ਹੈ। ਕਿਹੜਾ? ਸਮਰ ਸੀਜ਼ਨ। ਹੁਣ ਦੇਖੋ, ਜਦੋਂ ਆਪਾਂ ਫਸਲਾਂ ਪਹਿਲਾਂ ਤੇ ਆਪਾਂ ਆਪਣੀ ਸੋਚ ਸਮਝ ਲੈਂਦੇ ਹਾਂ ਕਿ ਖਾਰਿਫ ਫਸਲ ਉਗਾਤੀ, ਠੀਕ ਹੈ, ਕਿਹੜੇ ਮਹੀਨੇ ਦੇ ਵਿੱਚ ਉਗਾਤੀ, ਜੂਨ ਜੁਲਾਈ ਦੇ ਵਿੱਚ ਉਗਾ ਦਿੰਦੇ ਆ, ਠੀਕ ਹੈ। ਇਹਨਾਂ ਦੀ ਕਟਿੰਗ ਕਦੋਂ ਕਰ ਲੈਂਦੇ ਆ, ਅਕਤੂਬਰ ਦੇ ਵਿੱਚ। ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਆਪਾਂ ਕਿਹੜੀ ਫਸਲ ਉਗਾ ਦਿੰਦੇ ਆ, ਜੋ ਕਿ ਠੰਡਾਂ ਦੇ ਵਿੱਚ ਉਗਦੀ ਹੈ, ਜਿਵੇਂ ਵੀਟ, ਬਾਰਲੇ, ਮਸਟਰਡ, ਪੀਸ, ਪੋਟੈਟੋਸ ਜਾਂ ਗ੍ਰਾਮਸ, ਹਨਾ। ਤੇ ਇਹਨਾਂ ਨੂੰ ਆਪਾਂ ਕਟਿੰਗ ਕਦੋਂ ਕਰ ਲੈਂਦੇ ਆ, ਮਾਰਚ ਅਪ੍ਰੈਲ ਦੇ ਵਿੱਚ। ਹੁਣ ਆਪਾਂ ਖਾਰਿਫ ਕ੍ਰੌਪ ਤਾਂ ਜੂਨ ਜੁਲਾਈ ਦੇ ਵਿੱਚ ਜਾ ਕੇ ਲਾਉਣੀ ਹੈ, ਤਾਂ ਉਸ ਤੋਂ ਇਹਨਾਂ ਦੇ ਵਿੱਚ ਜੋ ਟਾਈਮ ਪੀਰੀਅਡ ਹੁੰਦਾ ਹੈ, ਮਾਰਚ ਅਪ੍ਰੈਲ ਤੋਂ ਬਾਅਦ ਤੇ ਜੂਨ ਜੁਲਾਈ ਤੋਂ ਪਹਿਲਾਂ ਵਾਲਾ ਜੋ ਟਾਈਮ ਪੀਰੀਅਡ ਹੁੰਦਾ, ਕਿ ਉਸ ਟਾਈਮ ਜੋ ਜ਼ਮੀਨਾਂ ਨੇ ਉਹ ਖਾਲੀ ਹੁੰਦੀਆਂ ਨਹੀਂ, ਉਸ ਟਾਈਮ ਕਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ, ਜ਼ੇਦ ਸੀਜ਼ਨ ਵਾਲੀਆਂ ਫਸਲਾਂ ਉਗਾਈਆਂ ਜਾਂਦੀਆਂ। ਉਸ ਸੀਜ਼ਨ ਨੂੰ ਕਿਹੜਾ ਕਹਿੰਦੇ ਨੇ, ਜ਼ੇਦ ਸੀਜ਼ਨ ਕਹਿੰਦੇ ਨੇ। ਉਸ ਇਹਦੇ ਕਿਹੜੇ ਕਿਹੜੇ ਮੰਥ ਚ ਆਪਾਂ ਉਗਾਉਂਦੇ ਆ, ਮਾਰਚ ਤੋਂ ਲੈ ਕੇ, ਮਾਰਚ ਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ, ਜੂਨ ਤੱਕ ਇਹਨਾਂ ਦੀ ਕਟਿੰਗ ਕਰ ਲਈ ਜਾਂਦੀ ਹੈ, ਠੀਕ ਹੈ। ਤੇ ਇਸ ਦੇ ਵਿੱਚ ਫਸਲਾਂ ਦੇ ਨਾਮ ਦੇਖ ਲੈਂਦੇ ਆ, ਕਿਹੜੀਆਂ ਕਿਹੜੀਆਂ ਹੁੰਦੀਆਂ, ਕਕੰਬਰ, ਪੰਪਕਿਨ, ਵਾਟਰਮੈਲਨ ਤੇ ਮਸਕਮੈਲਨ। ਇਹ ਸਾਰੀਆਂ ਹੀ ਫਸਲਾਂ ਜ਼ੇਦ ਸੀਜ਼ਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ। ਸੋ ਇਸ ਦੇ ਨਾਲ ਸਟੂਡੈਂਟ ਤੁਸੀਂ ਇਸ ਸਾਰੇ ਕੰਟੈਂਟ ਨੂੰ ਆਪਣੀ ਕਾਪੀ ਪੈਨ ਲੈ ਕੇ ਆਪਣੀ ਕਾਪੀ ਦੇ ਵਿੱਚ ਨੋਟ ਕਰ ਲੈਣਾ, ਕਿਉਂਕਿ ਜਿੰਨਾ ਵੀ ਤੁਹਾਨੂੰ ਐਕਸਟਰਾ ਇਨਫੋਰਮੇਸ਼ਨ ਦਿੱਤੀ ਉਹਨਾਂ ਦੇ ਵਿੱਚੋਂ ਵੀ ਕੁਐਸਚਨ ਬਣਦੇ ਨੇ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ, what is the sowing period of rabi season? ਕਿ ਰਾਬੀ ਕ੍ਰੌਪ ਨੂੰ ਉਗਾਉਣ ਵਾਲਾ ਕਿਹੜਾ ਪੀਰੀਅਡ ਹੁੰਦਾ, ਕਿਹੜੇ ਟਾਈਮ ਪੀਰੀਅਡ ਦੇ ਵਿੱਚ ਰਾਬੀ ਫਸਲ ਨੂੰ ਉਗਾਇਆ ਜਾਂਦਾ ਹੈ। ਸੋ ਆਪਾਂ ਜਿਵੇਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਰਾਬੀ ਕ੍ਰੌਪਸ ਕਿਹੜੇ ਸੀਜ਼ਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ, ਆਪਸ਼ਨ ਬੀ, ਮਾਰਚ ਤੋਂ ਲੈ ਕੇ ਅਪ੍ਰੈਲ ਦੇ ਵਿੱਚ ਉਗਾਈਆਂ ਜਾਂਦੀਆਂ। ਤੇ ਇਹਨਾਂ ਦੀ ਕਟਿੰਗ ਕਦੋਂ ਹੁੰਦੀ ਹੈ, ਆਪਾਂ ਰਾਬੀ ਸੀਜ਼ਨ ਦੀ ਗੱਲ ਕਰ ਰਹੇ ਸੀ, ਕਿਹੜੇ ਸੀਜ਼ਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ, ਅਕਤੂਬਰ ਤੋਂ ਲੈ ਕੇ ਨਵੰਬਰ ਤੱਕ। ਇਹ ਫਸਲਾਂ, ਇਸ ਸੀਜ਼ਨ ਦੀਆਂ ਫਸਲਾਂ ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਉਗਾਈਆਂ ਜਾਂਦੀਆਂ ਨੇ। ਤੇ ਕਟਿੰਗ ਕਦੋਂ ਹੁੰਦੀ ਹੈ ਇਹਨਾਂ ਦੀ ਕਟਿੰਗ ਹੁੰਦੀ ਹੈ ਜੀ ਮਾਰਚ ਅਪ੍ਰੈਲ ਦੇ ਵਿੱਚ। ਮਾਰਚ ਅਪ੍ਰੈਲ ਦੇ ਵਿੱਚ ਇਹਨਾਂ ਦੀ ਕਟਿੰਗ ਹੁੰਦੀ ਹੈ, ਠੀਕ ਹੈ। ਹਾਰਵੈਸਟ ਕੀਤੀਆਂ ਜਾਂਦੀਆਂ ਨੇ ਇਹ ਫਸਲਾਂ। ਤੇ ਕਿਹੜੀ ਕਿਹੜੀ ਫਸਲਾਂ ਉਗਾਈਆਂ ਜਾਂਦੀਆਂ ਨੇ ਰਾਬੀ ਸੀਜ਼ਨ ਦੇ ਵਿੱਚ, ਵੀਟ, ਬਾਰਲੇ, ਮਸਟਰਡ, ਪੀਸ, ਪੋਟੈਟੋਸ ਤੇ ਗ੍ਰਾਮ। ਇਹ ਸਾਰੀਆਂ ਫਸਲਾਂ ਰਾਬੀ ਸੀਜ਼ਨ ਦੇ ਵਿੱਚ ਉਗਾਈਆਂ ਜਾਂਦੀਆਂ ਨੇ। ਇਸ ਦੇ ਨਾਲ ਹੀ ਆਪਾਂ ਡਿਸਕਸ ਕਰ ਲੈਂਦੇ ਆ ਕਿ ਖਾਰਿਫ ਸੀਜ਼ਨ, ਜੋ ਖਾਰਿਫ ਕ੍ਰੌਪਸ ਨੇ ਉਹਨਾਂ ਦਾ ਸੀਜ਼ਨ ਕਿਹੜਾ ਹੁੰਦਾ, ਸੋਇੰਗ ਸੀਜ਼ਨ ਕਿਹੜਾ ਹੁੰਦਾ, ਜੂਨ ਜੁਲਾਈ ਹੁੰਦਾ। ਤੇ ਉਹ ਕਟਿੰਗ ਕਦੋਂ ਕੀਤੀਆਂ ਜਾਂਦੀਆਂ ਨੇ, ਅਕਤੂਬਰ ਨਵੰਬਰ ਦੇ ਵਿੱਚ ਉਹਨਾਂ ਨੂੰ ਕੱਟ ਲਿਆ ਜਾਂਦਾ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ, which of the following is not a ਜ਼ੇਦ ਕ੍ਰੌਪ? ਕਿ ਹੇਠਾਂ ਦਿੱਤਿਆਂ ਵਿੱਚੋਂ ਕਿਹੜੀ ਜ਼ੇਦ ਕ੍ਰੌਪ ਨਹੀਂ ਹੈ। ਜਿਵੇਂ ਆਪਾਂ ਆਲਰੇਡੀ ਡਿਸਕਸ ਹੀ ਕਰ ਚੁੱਕੇ ਹਾਂ ਕਿ ਕਕੰਬਰ, ਜੋ ਟਾਈਮ ਪੀਰੀਅਡ ਕਿਹੜਾ ਹੁੰਦਾ ਇਹਨਾਂ ਦਾ, ਮਾਰਚ ਵਾਲਾ ਟਾਈਮ ਪੀਰੀਅਡ ਹੁੰਦਾ। ਮਾਰਚ ਮਹੀਨੇ ਦੇ ਵਿੱਚ ਇਹ ਫਸਲਾਂ ਉਗਾਈਆਂ ਜਾਂਦੀਆਂ ਨੇ ਤੇ ਜੂਨ ਦੇ ਵਿੱਚ ਇਹ ਕੱਟ ਲਿਆ ਜਾਂਦੀਆਂ ਨੇ। ਇਹਨਾਂ ਦਾ ਟਾਈਮ ਪੀਰੀਅਡ ਬਹੁਤ ਜ਼ਿਆਦਾ ਥੋੜਾ ਹੁੰਦਾ ਹੈ। ਜਿਵੇਂ ਕਕੰਬਰ, ਠੀਕ ਹੈ, ਕਕੰਬਰ ਆਪਾਂ ਨੂੰ ਕਦੋਂ ਮਿਲਦਾ ਹੈ, ਇਹ ਵੀ ਆਪਾਂ ਨੂੰ ਜੂਨ ਦੇ ਮਹੀਨੇ ਦੇ ਵਿੱਚ ਖਾਣ ਨੂੰ ਮਿਲ ਜਾਂਦਾ ਹੈ। ਪੰਪਕਿਨ, ਮਸਕਮੈਲਨ। ਬਟ ਜੋ ਪੀਸ ਹੈ, ਜੋ ਕੀ ਹੈ, ਮਟਰ ਨੇ, ਉਹ ਕਿਹੜੀ ਫਸਲ ਹੈ ਆਪਣੀ, ਉਹ ਰਾਬੀ ਕ੍ਰੌਪ ਹੈ ਆਪਣੀ, ਠੀਕ ਹੈ। ਕਿਹੜੀ ਕ੍ਰੌਪ ਹੈ, ਰਾਬੀ ਕ੍ਰੌਪ ਹੈ। ਸੋ ਆਪਾਂ ਆਪਣੇ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ, which of the following is a ਖਾਰਿਫ ਕ੍ਰੌਪ? ਕਿ ਹੇਠਾਂ ਦਿੱਤੀਆਂ ਫਸਲਾਂ ਦੇ ਵਿੱਚੋਂ ਖਾਰਿਫ ਕ੍ਰੌਪ ਕਿਹੜੀ ਹੈ, ਠੀਕ ਹੈ। ਕਿਹੜੀ ਫਸਲ ਖਾਰਿਫ ਕ੍ਰੌਪ ਹੈ ਕਿ ਖਾਰਿਫ ਸੀਜ਼ਨ ਦੇ ਵਿੱਚ ਜਿਹੜੀ ਉਗਾਈ ਜਾਂਦੀ ਹੈ। ਜਿਵੇਂ ਆਪਾਂ ਨੂੰ ਪਤਾ ਹੈ ਕਿ ਵੀਟ ਕਿਹੜੀ ਹੈ, ਇਹ ਰਾਬੀ ਕ੍ਰੌਪ ਹੈ।
ਵੀਟ ਕਿਹੜੀ ਹੈ? ਇੱਕ ਰਾਬੀ ਕ੍ਰॉप ਹੈ। ਤੇ ਬਾਰਲੇ ਵੀ ਕੀ ਹੈ? ਰਾਬੀ ਕ੍ਰॉप ਹੈ। ਮਸਟਰਡ ਵੀ ਕੀ ਹੈ? ਇੱਕ ਰਾਬੀ ਕ੍ਰॉप ਹੈ। ਸੋ अपना आंसर होएगा जी ऑप्शन सी, मेज इज अ खारिफ क्रॉप। ठीक है जी, खारिफ क्रॉप है मेज। ਇਹ ਕਿਹੜੇ ਸੀਜ਼ਨ ਦੇ ਵਿੱਚ ਉਗਾਈ ਜਾਂਦੀਆਂ ਨੇ? ਖਾਰਿਫ ਸੀਜ਼ਨ ਕਿਹੜਾ ਹੁੰਦਾ ਹੈ? ਜੂਨ ਜੁਲਾਈ ਦੇ ਵਿੱਚ ਇਹ ਉਗਾਈਆਂ ਜਾਂਦੀਆਂ ਨੇ। ਤੇ ਇਹਨਾਂ ਦੀ ਹਾਰਵੈਸਟਿੰਗ ਕਦੋਂ ਕੀਤੀ ਜਾਂਦੀ ਹੈ? ਅਕਤੂਬਰ ਨਵੰਬਰ ਦੇ ਵਿੱਚ ਇਹ ਵੱਢ ਲਈਆਂ ਜਾਂਦੀਆਂ ਨੇ। ਕਿਹੜੀਆਂ ਕਿਹੜੀਆਂ ਫਸਲਾਂ ਆਉਂਦੀਆਂ ਨੇ ਖਾਰਿਫ ਸੀਜ਼ਨ ਦੇ ਵਿੱਚ? ਜੂਟ, ਰਾਈਸ, ਕਾਟਨ, ਮੇਜ਼, सोयाबीन, ग्राउंडनट, टोबैको, ज्वार, बाजरा, ये सारियां किहड़ियां फसलां ने? खारिफ क्रॉप मन्नियां जांदियां ने। सो अपना नेक्स्ट क्वेश्चन है जी, व्हाट इज अनदर नेम ऑफ फूड क्रॉप? कि फूड क्रॉप ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦੇ ਨੇ? ਫੂਡ ਕ੍ਰੌਪਸ ਹੁੰਦੀਆਂ ਕਿਹੜੀਆਂ ਨੇ? ਜਿਵੇਂ ਆਪਣੇ ਕੋਲ ਵੀਟ ਹੋ ਗਿਆ, ਰਾਈਸ ਹੋ ਗਿਆ, ਆਲਮੋਸਟ ਮੋਸਟਲੀ ਜਿੰਨੀਆਂ ਵੀ ਫਸਲਾਂ ਹੁੰਦੀਆਂ ਨੇ ਉਹ ਕਿਹੜੀਆਂ ਹੁੰਦੀਆਂ ਨੇ? ਫੂਡ ਕ੍ਰੌਪ ਹੁੰਦੀਆਂ ਨੇ। ਠੀਕ ਹੈ, ਤੇ ਫੂਡ ਕ੍ਰੌਪਸ ਨੂੰ ਕਿਹੜੇ ਹੋਰ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ? ਜਿਵੇਂ ਆਲਰੇਡੀ ਮੈਂ ਦੱਸ ਹੀ ਚੁੱਕੀ ਹਾਂ ਕਿ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਨੂੰ ਇੱਕ ਸੀਰੀਅਲ ਕ੍ਰੌਪ ਕਿਹਾ ਜਾਂਦਾ ਹੈ ਤੇ ਇੱਕ ਸਟੈਪਲ ਕ੍ਰੌਪ ਕਿਹਾ ਜਾਂਦਾ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਜੋ ਰਾਈਸ ਹੈ ਉਹ ਸਾਊਥ ਦਾ ਸਟੈਪਲ ਕ੍ਰੌਪ ਹੈ। ਠੀਕ ਹੈ, ਜੋ ਆਪਣੀ ਵੀਟ ਹੈ ਉਹ ਨਾਰਥ ਈਸਟ ਦੀ ਸਟੈਪਲ ਕ੍ਰੌਪ ਹੈ। ਹਨਾ, ਕਿ ਜੋ ਫੂਡ ਕ੍ਰੌਪਸ ਨੇ, ਠੀਕ ਹੈ, ਜੋ ਫੂਡ ਕ੍ਰੌਪਸ ਨੇ ਉਹਨਾਂ ਨੂੰ ਹੋਰ ਕਿਹੜੇ ਦੋ ਨਾਵਾਂ ਨਾਲ ਜਾਣਿਆ ਜਾਂਦਾ ਹੈ? ਸੀਰੀਅਲ ਕ੍ਰੌਪ ਤੇ ਸਟੈਪਲ ਕ੍ਰੌਪ। ਸੋ ਆਪਣਾ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਪਸ਼ਨ ਸੀ, both A and B। Which of the following is not a cash crop? ਕਿ ਨੀਚੇ ਦਿੱਤੀਆਂ ਗਈਆਂ ਫਸਲਾਂ ਦੇ ਵਿੱਚੋਂ ਕੈਸ਼ ਕ੍ਰੌਪ ਕਿਹੜੀ ਕ੍ਰੌਪ ਕੈਸ਼ ਕ੍ਰੌਪ ਨਹੀਂ ਹੈ? ਕਿਹੜੀ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਨਾਲ ਪੜ੍ਹਨਾ, not a cash crop, ਕਿ ਕਿਹੜੀ ਫਸਲ ਕੈਸ਼ ਕ੍ਰੌਪ ਨਹੀਂ ਮੰਨੀ ਜਾਂਦੀ। ਜਿਵੇਂ ਸਾਨੂੰ ਪਤਾ ਹੈ ਕਿ ਸ਼ੂਗਰ ਕੇਨ ਵੀ ਇੱਕ ਕੈਸ਼ ਕ੍ਰੌਪ ਹੈ, ਕਾਟਨ ਵੀ ਇੱਕ ਕੈਸ਼ ਕ੍ਰੌਪ ਹੈ ਤੇ ਕੋਕੋਆ ਵੀ ਇੱਕ ਕੈਸ਼ ਕ੍ਰੌਪ ਹੈ। ਸੋ ਰਿਮੇਨਿੰਗ ਕਿਹੜੀ ਬਚੀ? ਸੋਇਆਬੀਨ। ਸੋਇਆਬੀਨ ਇਜ਼ ਨॉट अ कैश क्रॉप। ठीक है जी, नेक्स्ट क्वेश्चन है जी अपना, विच ऑफ द फॉलोइंग स्टेट इज द लार्जेस्ट प्रोड्यूसर ऑफ ग्राउंडनट? कि नीचे दित्तिਆਂ ਵਿੱਚੋਂ ਕਿਹੜੀ ਸਟੇਟ ਦੇ ਵਿੱਚ ਗਰਾਊਂਡਨਟ ਸਭ ਤੋਂ ਜ਼ਿਆਦਾ ਫਸਲ ਉਗਾਈ ਜਾਂਦੀ ਹੈ? ਸਭ ਤੋਂ ਜ਼ਿਆਦਾ ਕਿਹੜੀ ਸਟੇਟ ਗਰਾਊਂਡਨਟ ਦੀ ਪ੍ਰੋਡਕਸ਼ਨ ਕਰਦੀ ਹੈ? ਸੋ ਸਟੂਡੈਂਟ ਇਸ ਕੁਐਸਚਨ ਦਾ ਆਨਸਰ ਫਸਟਲੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਸੋਚਣ ਦੀ ਕੋਸ਼ਿਸ਼ ਕਰਨੀ ਹੈ ਕਿ ਇਸ ਕੁਐਸਚਨ ਦਾ ਆਨਸਰ ਕੀ ਹੋਏਗਾ। ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਸੀ, ਗੁਜਰਾਤ। ਗੁਜਰਾਤ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਗਰਾਊਂਡਨਟ ਦੀ ਪ੍ਰੋਡਕਸ਼ਨ ਹੁੰਦੀ ਹੈ। ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਹੋਰ ਕਾਹਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਹੁੰਦੀ ਹੈ? ਕਾਟਨ ਦੀ ਪ੍ਰੋਡਕਸ਼ਨ ਵੀ ਗੁਜਰਾਤ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਆਪਾਂ ਮਿਸਲੇਨੀਅਸ ਡਿਸਕਸ ਕਰ ਲੈਂਦੇ ਹਾਂ ਜੋ ਕਿ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਨੇ। ਜਿਵੇਂ ਸਾਨੂੰ ਰਾਈਸ ਹੈ, ਠੀਕ ਹੈ ਨਾ, ਰਾਈਸ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ? ਕਿਹੜੀ ਸਟੇਟ ਦੇ ਵਿੱਚ ਹੁੰਦੀ ਹੈ? ਵੈਸਟ ਬੰਗਾਲ ਦੇ ਵਿੱਚ ਹੁੰਦੀ ਹੈ। ਵੈਸਟ ਬੰਗਾਲ ਦੇ ਵਿੱਚ ਹੁੰਦੀ ਹੈ। ਤੇ ਓਵਰਆਲ ਜੇ ਆਪਾਂ ਪੂਰੀ ਵਰਲਡ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਚਾਈਨਾ ਦੇ ਵਿੱਚ ਰਾਈਸ ਹੁੰਦੇ ਨੇ। ਵੀਟ ਦੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ? ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਜੇ ਓਵਰਆਲ ਵਰਲਡ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਜ਼ਿਆਦਾ ਚਾਈਨਾ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਸ਼ੂਗਰ ਕੇਨ ਦੀ ਆਪਾਂ ਆਲਰੇਡੀ ਡਿਸਕਸ ਕਰ ਸ਼ੂਗਰ ਕੇਨ, ਠੀਕ ਹੈ ਜੀ, ਸ਼ੂਗਰ ਕੇਨ ਦੀ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ ਹੁੰਦੀ ਹੈ। ਜੇ ਆਪਾਂ ਇੰਡੀਆ ਦੇ ਵਿੱਚ ਸਟੇਟ ਦੀ ਗੱਲ ਕਰੀਏ ਤਾਂ ਯੂਪੀ ਦੇ ਵਿੱਚ ਹੁੰਦੀ ਹੈ। ਵੈਸੇ ਕਿੱਥੇ ਹੁੰਦੀ ਹੈ? ਪੂਰੇ ਵਰਲਡ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਬ੍ਰਾਜ਼ੀਲ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਟੀ ਦੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਕਿਹੜੇ ਰਾਜ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ? ਅਸਮ ਦੇ ਵਿੱਚ ਹੁੰਦੀ ਹੈ। ਓਵਰਆਲ ਦੇਖਿਆ ਜਾਵੇ ਤੇ ਚਾਈਨਾ ਦੇ ਵਿੱਚ ਹੁੰਦੀ ਹੈ। ਇਸੇ ਤਰ੍ਹਾਂ ਆਪਾਂ ਦੇਖ ਲੈਂਦੇ ਹਾਂ ਆਪਣੀ ਮੇਜ਼ ਕੀ ਹੁੰਦਾ? ਮੱਕੀ ਦੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਿਹੜੇ ਰਾਜ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ? ਮੱਕੀ ਦੀ ਆਂਧਰਾ ਪ੍ਰਦੇਸ਼ ਦੇ ਵਿੱਚ। ਆਂਧਰਾ ਪ੍ਰਦੇਸ਼ ਦੇ ਵਿੱਚ ਹੁੰਦੀ ਹੈ। ਤੇ ਪੂਰੇ ਓਵਰਆਲ ਦੇਖਿਆ ਜਾਵੇ ਤਾਂ USA ਦੇ ਵਿੱਚ ਹੁੰਦੀ ਹੈ। ਮੇਜ਼ ਨੂੰ ਗੋਲਡ ਆਫ ਅਮਰੀਕਾ ਵੀ ਕਿਹਾ ਜਾਂਦਾ ਹੈ। ਕੀ ਕਿਹਾ ਜਾਂਦਾ ਹੈ? ਗੋਲਡ ਆਫ ਅਮਰੀਕਾ ਕਿਹਾ ਜਾਂਦਾ ਹੈ। ਸਭ ਤੋਂ ਜ਼ਿਆਦਾ ਅਮਰੀਕਾ ਦੇ ਵਿੱਚ ਹੀ, ਪੂਰੇ ਵਰਲਡ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਅਮਰੀਕਾ ਦੇ ਵਿੱਚ ਹੀ ਮੇਜ਼ ਸਭ ਤੋਂ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਗਰਾਊਂਡਨਟ ਤੇ ਕਾਟਨ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਆਪਣੇ ਗੁਜਰਾਤ ਦੇ ਵਿੱਚ ਹੁੰਦੀ ਹੈ। ਜੂਟ ਹੈ ਜੋ ਉਹ ਵੈਸਟ ਬੰਗਾਲ ਦੇ ਵਿੱਚ ਹੁੰਦਾ ਹੈ। ਪੂਰੇ ਵਰਲਡ ਵਾਈਜ਼ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਹੁੰਦਾ ਹੈ।
ਮਿਲਕ ਹੈ ਜੋ ਮਿਲਕ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਇੰਡੀਆ ਸਟੇਟ ਦੇ ਵਿੱਚ ਕਿੱਥੇ ਹੁੰਦੀ ਹੈ? ਯੂਪੀ ਦੇ ਵਿੱਚ ਹੁੰਦੀ ਹੈ ਤੇ ਪੂਰੇ ਵਰਲਡ ਵਾਈਡ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਬਾਜਰਾ ਦੀ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ? ਰਾਜਸਥਾਨ ਦੇ ਵਿੱਚ। ਕਿੱਥੇ ਹੁੰਦੀ ਹੈ? ਰਾਜਸਥਾਨ ਦੇ ਵਿੱਚ ਹੁੰਦੀ ਹੈ। ਤੇ ਇਸ ਤੋਂ ਇਲਾਵਾ ਆਪਾਂ ਦੇਖ ਲੈਂਦੇ ਹਾਂ ਜਵਾਰ ਦੀ ਮਹਾਰਾਸ਼ਟਰ ਦੇ ਵਿੱਚ ਹੁੰਦੀ ਹੈ। ਗ੍ਰਾਮ ਦੀ ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਇੰਡੀਆ ਦੇ ਵਿੱਚ ਕਿਹੜੇ ਰਾਜ ਦੇ ਵਿੱਚ ਹੁੰਦੀ ਹੈ? ਮੱਧ ਪ੍ਰਦੇਸ਼ ਦੇ ਵਿੱਚ ਹੁੰਦੀ ਹੈ। ਤੇ ਰੈੱਡ ਚਿਲੀ ਦੀ ਸਭ ਤੋਂ ਜ਼ਿਆਦਾ ਕਿੱਥੇ ਹੁੰਦੀ ਹੈ? ਲਾਲ ਮਿਰਚਾਂ ਦੀ ਆਂਧਰਾ ਪ੍ਰਦੇਸ਼ ਦੇ ਵਿੱਚ। ਸੋ ਸਟੂਡੈਂਟ ਇਹਨਾਂ ਨੂੰ ਵੀ ਤੁਸੀਂ ਆਪਣੀ ਕਾਪੀ ਪੈਨ ਲੈ ਕੇ ਆਪਣੀ ਕਾਪੀ ਦੇ ਵਿੱਚ ਨੋਟ ਕਰ ਲੈਣਾ ਹੈ ਕਿਉਂਕਿ ਇਹ ਵੀ ਇੰਪੋਰਟੈਂਟ ਐਗਜ਼ਾਮ ਪੁਆਇੰਟ ਆਫ ਵਿਊ ਦੇ ਨਾਲ ਇੰਪੋਰਟੈਂਟ ਨੇ। ਇਸ ਦੇ ਨਾਲ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਵਿਚ ਆਫ ਦ ਫੋਲੋਇੰਗ ਸਟੇਟ ਇਜ਼ ਦ ਲਾਰਜੈਸਟ ਪ੍ਰੋਡਿਊਸਰ ਆਫ ਕਾਰਡਮਮ? ਕਾਰਡਮਮ ਕੀ ਹੁੰਦਾ? ਇਲਾਚੀ ਹੁੰਦੀ ਹੈ। ਠੀਕ ਹੈ ਕਿ ਸਭ ਤੋਂ ਜ਼ਿਆਦਾ ਕਾਰਡਮਮ ਇੰਡੀਆ ਦੇ ਵਿੱਚ ਕਿਹੜੀ ਸਟੇਟ ਦੇ ਵਿੱਚ ਪਾਇਆ ਜਾਂਦਾ ਹੈ? ਸੋ ਸਟੂਡੈਂਟ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਬੀ, ਕੇਰਲਾ। ਕੇਰਲ ਦੇ ਵਿੱਚ ਸਭ ਤੋਂ ਜ਼ਿਆਦਾ ਕਾਰਡਮਮ ਦੀ ਪ੍ਰੋਡਕਸ਼ਨ ਕੇਰਲ ਦੇ ਵਿੱਚ ਹੀ ਹੁੰਦੀ ਹੈ। ਕਾਰਡਮਮ ਕੀ ਹੁੰਦੀ ਹੈ? ਇਲਾਚੀ ਹੁੰਦੀ ਹੈ। ਇਸ ਤੋਂ ਇਲਾਵਾ ਵੂਲ ਦੀ ਕਿੱਥੇ ਹੁੰਦੀ ਹੈ? ਰਾਜਸਥਾਨ ਦੇ ਵਿੱਚ ਹੁੰਦੀ ਹੈ। ਕਿੱਥੇ ਹੁੰਦੀ ਹੈ? ਰਾਜਸਥਾਨ ਦੇ ਵਿੱਚ ਹੁੰਦੀ ਹੈ। ਲੀਚੀ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਕਿੱਥੇ ਹੁੰਦੀ ਹੈ? ਬਿਹਾਰ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਕਾਰਡਮਮ, ਕੋਕੋਨਟ ਦੀ ਸਭ ਤੋਂ ਜ਼ਿਆਦਾ ਕੇਰਲ ਦੇ ਵਿੱਚ ਹੀ ਹੁੰਦੀ ਹੈ। ਇੱਕ ਕਾਰਡਮਮ ਤੇ ਇੱਕ ਕੋਕੋਨਟ, ਦੋਨੋਂ ਸੀ ਤੋਂ ਸਟਾਰਟ ਹੋ ਰਹੇ ਨੇ। ਕਾਰਡਮਮ ਤੇ ਕੋਕੋਨਟ ਦੋਨੋਂ ਕਿੱਥੇ ਨੇ? ਕੇਰਲ ਦੇ ਵਿੱਚ। ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਦੋਨਾਂ ਦੀ ਹੀ ਕੇਰਲ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਮੀਟ ਦੀ ਡਿਸਕਸ਼ਨ ਕਰ ਲੈਂਦੇ ਹਾਂ। ਮੀਟ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਕਿਹੜੇ ਰਾਜ 'ਚ ਹੁੰਦੀ ਹੈ? ਯੂਪੀ ਦੇ ਵਿੱਚ ਹੁੰਦੀ ਹੈ। ਜੇ ਆਪਾਂ ਪੋਲਟਰੀ ਮੀਟ ਦੀ ਗੱਲ ਕਰੀਏ, ਇਹ ਸੀ ਓਵਰਆਲ ਮੀਟ। ਜੇ ਇਕੱਲੇ ਪੋਲਟਰੀ ਮੀਟ ਦੀ ਗੱਲ ਕਰੀਏ, ਸਭ ਤੋਂ ਜ਼ਿਆਦਾ ਪ੍ਰੋਡਕਸ਼ਨ ਕਿੱਥੇ ਹੁੰਦੀ ਹੈ? ਹਰਿਆਣਾ ਦੇ ਵਿੱਚ ਹੁੰਦੀ ਹੈ। ਕਿੱਥੇ? ਹਰਿਆਣਾ ਦੇ ਵਿੱਚ ਹੁੰਦੀ ਹੈ। ਤੇ ਇੱਕ ਕਈ ਵਾਰ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਿਆ ਗਿਆ ਇਹ ਵਾਲਾ ਕੁਐਸਚਨ ਕਿ ਬਾਸਕਟ ਆਫ ਐਗ ਕਿਹੜੇ ਸਟੇਟ ਨੂੰ ਕਿਹਾ ਜਾਂਦਾ ਹੈ? ਜਿੱਥੇ ਸਭ ਤੋਂ ਜ਼ਿਆਦਾ ਐਗ ਦੀ ਪ੍ਰੋਡਕਸ਼ਨ ਹੋਏਗੀ ਉਹਨੂੰ ਕਿਹਾ ਜਾਂਦਾ ਹੋਏਗਾ। ਤੇ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਂਧਰਾ ਪ੍ਰਦੇਸ਼। ਕਿਹਨੂੰ ਕਿਹਾ ਜਾਂਦਾ ਹੈ? ਆਂਧਰਾ ਪ੍ਰਦੇਸ਼ ਨੂੰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ oil seed ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਕਿਹੜੇ ਰਾਜ ਦੇ ਵਿੱਚ ਹੁੰਦੀ ਹੈ? ਮੱਧ ਪ੍ਰਦੇਸ਼ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖਿਆ ਜਾਵੇ ਰਬੜ ਦੀ ਪ੍ਰੋਡਕਸ਼ਨ ਸਭ ਤੋਂ ਜ਼ਿਆਦਾ ਕੇਰਲ ਦੇ ਵਿੱਚ ਹੀ ਹੁੰਦੀ ਹੈ। ਇੱਕ ਕੇਰਲ ਦੇ ਵਿੱਚ ਕਾਰਡਮਮ ਹੋ ਗਿਆ, ਇੱਕ ਕੇਰਲ ਦੇ ਵਿੱਚ ਕੋਕੋਨਟ ਹੋ ਗਿਆ, ਦੂਸਰੀ ਕਿਹੜੀ ਹੋ ਗਈ? ਰਬੜ ਹੋ ਗਈ। ਕਿਹੜੀ? ਰਬੜ ਹੋ ਗਈ। ਤੇ ਜੇ ਪੂਰੇ ਓਵਰਆਲ ਇੰਡੀਆ ਦੇ ਵਿੱਚ ਦੇਖਿਆ ਜਾਵੇ ਤਾਂ ਥਾਈਲੈਂਡ ਦੇ ਵਿੱਚ ਹੁੰਦੀ ਹੈ। ਕਿੱਥੇ ਹੁੰਦੀ ਹੈ? ਥਾਈਲੈਂਡ ਦੇ ਵਿੱਚ ਹੁੰਦੀ ਹੈ। ਸੋ ਇਸ ਦੇ ਨਾਲ ਹੀ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ ਜੀ। ਜਿੰਨੀ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਇਹਨੂੰ ਤੁਸੀਂ ਆਪਣੀ ਕਾਪੀ ਪੈਨ ਲੈ ਕੇ ਨੋਟ ਕਰ ਲੈਣਾ। ਨੈਕਸਟ ਕੁਐਸਚਨ ਹੈ ਜੀ when was green revolution started in India? ਕਿ ਗ੍ਰੀਨ ਰੈਵੋਲੂਸ਼ਨ ਇੰਡੀਆ ਦੇ ਵਿੱਚ, ਜਿਹਨੂੰ ਹਰੀ ਕ੍ਰਾਂਤੀ ਕਿਹਾ ਜਾਂਦਾ ਹੈ, ਇੰਡੀਆ ਦੇ ਵਿੱਚ ਕਦੋਂ ਸਟਾਰਟ ਹੋਈ ਸੀ? ਸੋ ਸਟੂਡੈਂਟ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਬੀ 1966। 1966 ਦੇ ਵਿੱਚ ਗ੍ਰੀਨ ਰੈਵੋਲੂਸ਼ਨ ਇੰਡੀਆ ਦੇ ਵਿੱਚ ਸਟਾਰਟ ਹੋਈ ਸੀ। ਤੇ ਇਹਨਾਂ ਦੇ ਫਾਦਰ ਕਿਹਨਾਂ ਨੂੰ ਕਿਹਾ ਜਾਂਦਾ ਹੈ? ਫਾਦਰ ਆਫ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ ਦੇ ਫਾਦਰ ਕਿਹਨਾਂ ਨੂੰ ਕਿਹਾ ਜਾਂਦਾ ਹੈ? ਜੇ ਤਾਂ ਪੂਰੇ ਵਰਲਡ ਦੀ ਗੱਲ ਕਰੀਏ, ਵਰਲਡ ਵਾਈਜ਼ ਤਾਂ ਨਾਰਮਨ ਬੋਰਲਗ ਨੂੰ ਕਿਹਾ ਜਾਂਦਾ ਹੈ। ਨਾਰਮਨ ਬਾਰਲਗ ਨੂੰ ਕਿਹਾ ਜਾਂਦਾ ਹੈ। ਬੋਰਲਗ। ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਹਰੀ ਕ੍ਰਾਂਤੀ ਦੇ ਫਾਦਰ ਕਿਹਨੂੰ ਕਿਹਾ ਜਾਂਦਾ ਹੈ? MS ਸਵਾਮੀਨੰਦਨ ਨੂੰ। MS ਸਵਾਮੀਨੰਦਨ ਨੂੰ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਕਿਹਾ ਜਾਂਦਾ ਹੈ। ਹਰੀ ਕ੍ਰਾਂਤੀ ਦੇ ਫਾਦਰ ਕਿਹਾ ਜਾਂਦਾ ਹੈ। ਜੇ ਇਸ ਦੇ ਵਿੱਚ ਕੁਐਸਚਨ ਇੱਕ ਹੋਰ ਅਰਾਈਜ਼ ਹੋ ਜਾਂਦਾ ਹੈ ਕਿ ਜਦੋਂ ਗ੍ਰੀਨ ਰੈਵੋਲੂਸ਼ਨ, ਹਰੀ ਕ੍ਰਾਂਤੀ ਇੰਡੀਆ ਦੇ ਵਿੱਚ ਆਈ ਤਾਂ ਕਿਹੜੀਆਂ ਫਸਲਾਂ ਦੇ ਉੱਤੇ ਜ਼ਿਆਦਾ ਅਸਰ ਪਿਆ? ਤਾਂ ਉਹ ਜੀ ਵੀਟ ਤੇ ਰਾਈਸ ਦੇ ਉੱਤੇ ਸਭ ਤੋਂ ਜ਼ਿਆਦਾ ਅਸਰ ਪਿਆ। ਜ਼ਿਆਦਾ ਪ੍ਰੋਡਕਸ਼ਨ ਵੀਟ ਤੇ ਰਾਈਸ ਦੀ ਹੋਣ ਲੱਗੀ ਸੀ। ਤਾਂ ਆਪਣਾ ਨੈਕਸਟ ਕੁਐਸਚਨ ਹੈ ਜੀ who is known as the father of green revolution? ਕਿ ਗ੍ਰੀਨ ਰੈਵੋਲੂਸ਼ਨ ਦੇ ਫਾਦਰ ਕਿਹਨਾਂ ਨੂੰ ਕਿਹਾ ਗਿਆ ਹੈ? ਇੱਥੇ ਹੁਣ ਨਾ ਤੇ ਮੈਂਸ਼ਨ ਕੀਤਾ ਵਰਲਡ ਤੇ ਨਾ ਹੀ ਮੈਂਸ਼ਨ ਕੀਤਾ ਗਿਆ ਇੰਡੀਆ।
कि इंडिया बेस से पूछा गया कि वर्ल्ड बेस से। सो आप इस क्वेश्चन का आंसर करांगे जी ऑप्शन सी, नॉर्मन बोरलॉग ਨੂੰ फादर ऑफ ग्रीन रेवोल्यूशन किया गया है। ठीक है जी, अपना नेक्स्ट क्वेश्चन है ऑपरेशन फ्लड इज रिलेटेड कि जो फ्लड ऑपरेशन है वो किस चीज ਦੇ ਨਾਲ ਸੰਬੰਧਿਤ ਹੈ ਕਿ ਉਹ ਪਾਣੀ ਨਾਲ ਸੰਬੰਧਿਤ ਹੈ, ਆਇਲ ਨਾਲ, ਫਰਟੀਲਾਈਜ਼ਰ ਕੇ ਮਿਲਕ ਨਾਲ। ਜੇ ਸੰਬੰਧਿਤ ਹੈ ਮਿਲਕ ਦੇ ਨਾਲ, ਆਪਸ਼ਨ ਬੀ ਦੇ ਨਾਲ। ਇਹਨੂੰ ਹੋਰ ਕਿਹੜਾ ਆਪਰੇਸ਼ਨ ਕਿਹਾ ਜਾਂਦਾ ਹੈ? ਵਾਈਟ ਰੈਵੋਲੂਸ਼ਨ ਵੀ ਕਿਹਾ ਜਾਂਦਾ ਹੈ इसमें। ਕੀ ਕਿਹਾ ਜਾਂਦਾ ਹੈ? ਵਾਈਟ ਰੈਵੋਲੂਸ਼ਨ ਵੀ ਕਿਹਾ ਜਾਂਦਾ ਹੈ ਆਪਰੇਸ਼ਨ ਫਲੱਡ ਨੂੰ। ਇਹ ਦੁੱਧ ਦੇ ਨਾਲ ਸੰਬੰਧਿਤ ਸੀ ਤੇ ਸਟਾਰਟ ਕਦੋਂ, ਇਹ ਸਟਾਰਟ ਕਿਹਨਾਂ ਦੁਆਰਾ ਕੀਤਾ ਜਾਂਦਾ ਹੈ, ਕੀਤਾ ਗਿਆ ਸੀ? ਫਾਦਰ ਆਫ ਵਾਈਟ ਰੈਵੋਲੂਸ਼ਨ ਜਾਂ ਫਿਰ ਆਪਰੇਸ਼ਨ ਫਲੱਡ ਦੇ ਫਾਦਰ ਕੌਣ ਸਨ? ਕਿਹਨਾਂ ਨੂੰ ਕਿਹਾ ਜਾਂਦਾ ਹੈ? ਡਾਕਟਰ ਵਰਗਿਸ ਕੋਰਿਨ ਨੂੰ। ਡਾਕਟਰ ਵਰਗਿਸ ਕੁਇਰਿਨ ਕੁਇਰਿਨ ਨੂੰ ਕਿਹਾ ਜਾਂਦਾ ਹੈ, ਸੌਰੀ ਵਰਗਿਸ ਕੁਇਰਿਨ ਨੂੰ ਫਾਦਰ ਆਫ ਵਾਈਟ ਰੈਵੋਲੂਸ਼ਨ ਕਿਹਾ ਜਾਂਦਾ ਹੈ। ਸੋ ਇਸ ਦੇ ਨਾਲ ਹੀ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਇਹ ਸਟਾਰਟ ਕਦੋਂ ਹੋਇਆ ਸੀ? 1970 ਦੇ ਅਪਰੋਕਸ ਨੇੜੇ ਤੇੜੇ ਇਹ ਸਟਾਰਟ ਹੋਇਆ ਸੀ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਸ਼ਿਫਟਿੰਗ ਕਲਟੀਵੇਸ਼ਨ ਇਜ਼ ਆਲਸੋ ਨੋਨ ਐਜ਼ ਕਿ ਸ਼ਿਫਟਿੰਗ ਕਲਟੀਵੇਸ਼ਨ ਨੂੰ ਹੋਰ ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? ਸੋ ਜੂਮਿੰਗ ਨੂੰ ਵੀ ਸ਼ਿਫਟਿੰਗ ਕਲਟੀਵੇਸ਼ਨ ਹੀ ਕਿਹਾ ਜਾਂਦਾ ਹੈ, ਲਦਾਂਗ ਨੂੰ ਵੀ ਸ਼ਿਫਟਿੰਗ ਕਲਟੀਵੇਸ਼ਨ ਹੀ ਕਿਹਾ ਜਾਂਦਾ ਹੈ, ਰੋਕਾ ਵੀ ਇੱਕ ਸ਼ਿਫਟਿੰਗ ਕਲਟੀਵੇਸ਼ਨ ਦਾ ਹੀ ਨਾਮ ਹੈ। ਸੋ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਪਸ਼ਨ ਡੀ, ਆਲ ਆਫ ਦਾ ਅਬਵ। ਸਾਰੀਆਂ ਹੀ ਸ਼ਿਫਟਿੰਗ ਕਲਟੀਵੇਸ਼ਨ ਦੇ ਦੂਸਰੇ ਨਾਮ ਹੈ। ਠੀਕ ਹੈ, ਸ਼ਿਫਟਿੰਗ ਕਲਟੀਵੇਸ਼ਨ ਨੂੰ ਜੂਮਿੰਗ, ਲਦਾਂਗ ਤੇ ਰੋਕਾ ਇਹ ਸਾਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ ਸਟੱਡੀ ਆਫ ਵੈਜੀਟੇਬਲ ਇਜ਼ ਨੋਨ ਐਜ਼ ਕਿ ਸਬਜ਼ੀਆਂ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ? स्टूडेंट इस क्वेश्चन ਦਾ ਆਨਸਰ ਤੁਸੀਂ ਫਸਟਲੀ ਆਪਣੇ ਦਿਮਾਗ ਦੇ ਵਿੱਚ ਸੋਚਣ ਦੀ ਕੋਸ਼ਿਸ਼ ਕਰਨੀ ਹੈ ਕਿ ਸਬਜ਼ੀਆਂ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ। ਸੋ ਆਪਣਾ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਪਸ਼ਨ ਸੀ, ਓਲੈਰੀਕਲਚਰ। ਓਲੈਰੀਕਲਚਰ ਕਿਹਨਾਂ ਨੂੰ ਕਿਹਾ ਜਾਂਦਾ ਹੈ? ਸਟੱਡੀ ਆਫ ਵੈਜੀਟੇਬਲ ਨੂੰ ਕਿਹਾ ਜਾਂਦਾ ਹੈ। ਆਪਾਂ ਵਨ ਬਾਈ ਵਨ ਡਿਸਕਸ ਕਰ ਲੈਣੇ। ਵਿਟੀਕਲਚਰ, ਵਿਟੀਕਲਚਰ ਕਿਹਨਾਂ ਦੀ ਸਟੱਡੀ ਨੂੰ ਕਿਹਾ ਜਾਂਦਾ ਹੈ? ਗ੍ਰੇਪਸ ਦੀ ਸਟੱਡੀ ਨੂੰ। ਕਿਹਨਾਂ ਦੀ ਸਟੱਡੀ ਨੂੰ? ਅੰਗੂਰਾਂ ਦੀ ਸਟੱਡੀ ਨੂੰ ਵਿਟੀਕਲਚਰ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪੀਸੀਕਲਚਰ, ਪੀਸੀਕਲਚਰ ਮਧੂਮੱਖੀਆਂ ਦੀ ਸਟੱਡੀ ਨੂੰ ਕੀ, ਜੋ ਪਾਲਣ ਪੋਸ਼ਣ ਕਰਦੇ ਨੇ ਮਧੂਮੱਖੀਆਂ ਦਾ, ਉਹਨਾਂ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਹੈ? ਪੀਸੀਕਲਚਰ ਕਿਹਾ ਜਾਂਦਾ ਹੈ। ਸੈਰੀਕਲਚਰ, ਹੁਣ ਸੈਰੀਕਲਚਰ ਕਿਹਨਾਂ ਦੀ ਸਟੱਡੀ ਨੂੰ ਕਿਹਾ ਜਾਂਦਾ ਹੈ? ਸਟੂਡੈਂਟ ਇਸ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਰਨਾ ਹੈ ਕਿ ਸੈਰੀਕਲਚਰ ਕਿਸ ਦੀ ਸਟੱਡੀ ਨੂੰ ਕਿਹਾ ਜਾਂਦਾ ਹੈ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ which of the following insects which damage the cotton crop ਕਿ ਕਾਟਨ ਕ੍ਰੌਪ ਨੂੰ ਹੇਠਾਂ ਦਿੱਤਿਆਂ ਵਿੱਚੋਂ ਕਿਹੜਾ ਕੀੜਾ ਹੈ ਜੋ ਕਾਟਨ ਕ੍ਰੌਪ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਾਂ ਉਸ ਨੂੰ ਡੈਮੇਜ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ? ਸੋ ਸਟੂਡੈਂਟ ਇਸ ਕੁਐਸਚਨ ਦਾ ਆਨਸਰ ਹੋਏਗਾ ਜੀ ਆਪਸ਼ਨ ਸੀ, ਬੋਲਵਰਮ। ਜੋ ਇੱਕ ਬੋਲਵਰਮ ਨਾਮ ਦਾ ਕੀੜਾ ਹੈ ਉਹ ਕੀ ਕਰਦਾ ਹੈ? ਉਹ ਕਾਟਨ ਕ੍ਰੌਪ ਨੂੰ ਤਬਾਹ ਕਰ ਦਿੰਦਾ ਹੈ, ਖਰਾਬ ਕਰ ਦਿੰਦਾ ਹੈ। ਇਸ ਤੋਂ ਇਲਾਵਾ ਰੈੱਡ ਰੋਟ, ਜੋ ਰੈੱਡ ਰੋਟ ਹੈ ਉਹ ਸੀਰੀਅਸ ਡਿਸੀਜ਼ ਕਿਹਦੀ ਮੰਨੀ ਜਾਂਦੀ? ਸ਼ੂਗਰ ਕੇਨ ਦੀ। ਕਾਹਦੀ? ਸ਼ੂਗਰ ਕੇਨ ਦੀ ਸੀਰੀਅਸ ਡਿਸੀਜ਼ ਮੰਨੀ ਜਾਂਦੀ ਹੈ ਜੋ ਕਿ ਗੰਨੇ ਨੂੰ ਲੱਗਦੀ ਹੈ। ਇੱਕ ਫੰਗਸ ਡਿਸੀਜ਼ ਹੁੰਦੀ ਹੈ। ਕਿਹੜੀ ਹੁੰਦੀ ਹੈ? ਇੱਕ ਫੰਗਸ ਡਿਸੀਜ਼ ਹੁੰਦੀ ਹੈ। ਸੋ ਇਸ ਦੇ ਨਾਲ ਹੀ ਆਪਾਂ ਆਪਣੇ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ ਰੈਡਨੈਸ ਆਫ ਐਪਲ ਡਿਊ ਟੂ ਕਿ ਜੋ ਐਪਲ ਦਾ ਲਾਲ ਰੰਗ ਹੁੰਦਾ ਹੈ ਉਹ ਕਿਹਦੀ ਵਜ੍ਹਾ ਦੇ ਨਾਲ ਹੁੰਦਾ ਹੈ? ਸਟੂਡੈਂਟ ਇਸ ਕੁਐਸਚਨ ਦਾ ਆਨਸਰ ਫਸਟਲੀ ਤੁਸੀਂ ਖੁਦ ਸੋਚਣ ਦੀ ਕੋਸ਼ਿਸ਼ ਕਰਨੀ ਹੈ ਤੇ ਇਸ ਕੁਐਸਚਨ ਦਾ ਆਨਸਰ ਹੈ ਜੀ ਆਪਸ਼ਨ ਸੀ, ਐਂਥੋਸਨਾਈਨ ਦੀ ਵਜ੍ਹਾ ਨਾਲ ਐਪਲ ਦਾ ਜੋ ਲਾਲ ਰੰਗ ਹੁੰਦਾ ਹੈ। ਕੈਰੋਟੀਨ, ਹੁਣ ਕੈਰੋਟੀਨ ਕਿਹਦੇ ਨਾਲ ਰਿਲੇਟ ਕਰਦਾ ਹੈ? ਜੋ ਗਾਂ ਦਾ ਦੁੱਧ ਹੁੰਦਾ ਹੈ, ਗਾਂ ਦਾ ਦੁੱਧ ਜੋ ਕਿਹੜੇ ਰੰਗ ਦਾ ਹੁੰਦਾ ਹੈ? ਪੀਲੇ ਰੰਗ ਦਾ ਹੁੰਦਾ ਹੈ। ਉਹ ਕਿਹਦੀ ਵਜ੍ਹਾ ਨਾਲ ਕਰਕੇ ਹੁੰਦਾ ਹੈ? ਕੈਰੋਟੀਨ ਦੀ ਹੀ ਵਜ੍ਹਾ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਜੋ ਮੈਂਗੋ ਦਾ ਰੰਗ ਪੀਲਾ ਹੁੰਦਾ ਹੈ ਨਾ, ਉਹ ਕਿਹਦੀ ਵਜ੍ਹਾ ਦੇ ਨਾਲ ਹੁੰਦਾ ਹੈ? ਉਹ ਵੀ ਕੈਰੋਟੀਨ ਦੀ ਹੀ ਵਜ੍ਹਾ ਨਾਲ ਹੁੰਦਾ ਹੈ। ਸੋ ਇਸ ਦੇ ਨਾਲ ਹੀ ਆਪਾਂ ਨੈਕਸਟ ਕੁਐਸਚਨ ਤੇ ਮੂਵ ਕਰਦੇ ਹਾਂ ਜੀ। ਸੋ ਆਪਣਾ ਨੈਕਸਟ ਕੁਐਸਚਨ ਹੈ ਜੀ which of the following is a serious sugarcane disease ਕਿ ਸੀਰੀਅਸ ਸ਼ੂਗਰਕੇਨ ਡਿਸੀਜ਼ ਨੀਚੇ ਦਿੱਤਿਆਂ ਵਿੱਚੋਂ ਕਿਹੜੀ ਹੈ? ਸੋ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ
सीरियस शुगरकेन डिसीज किहड़ी है? ऑप्शन सी रेड रोट इज अ सीरियस शुगरकेन डिसीज। स्टूडेंट जेकर तुहानूं ये वीडियो वधिया लग रही है, जे इसका कंटेंट तुहानूं वधिया तुहानूं बेनीफिशियल हो रहा है, तो तुसीं इस वीडियो नूं लाइक ते सबसक्राइब करना नहीं भुलना ते वध तो वध इस वीडियो नूं शेयर किया जाए तां जो तुहानूं असीं इस हौसले दे नाल वध तो वध होर भी वधिया कंटेंट प्रोवाइड करवा सकीए। सो अपना नेक्स्ट क्वेश्चन है जी, व्हेन वाज ICR एस्टैब्लिश? कि ICR ਦੀ ਸਥਾਪਨਾ ਕਦੋਂ ਹੋਈ ਸੀ? ਫਸਟਲੀ ਸਾਨੂੰ ICR ਪਤਾ ਹੋਣਾ ਚਾਹੀਦਾ ਕਿ ICR ਕੀ ਹੁੰਦਾ ਹੈ। ICR ਦੀ ਫੁੱਲ ਫਾਰਮ ਕੀ ਹੈ ਜੀ? ਇੰਡੀਅਨ ਕਾਉਂਸਿਲ of Agriculture Research। ICR ਦੀ फुल फॉर्म की है जी? इंडियन काउंसिल ऑफ एग्रीकल्चर रिसर्च। ਤੇ ਇਹਦੀ ਇਸਟੈਬਲਿਸ਼ਮੈਂਟ ਕਦੋਂ ਹੋਈ ਸੀ, ਇਹਦੀ ਸਥਾਪਨਾ ਕਦੋਂ ਹੋਈ ਸੀ? ਆਪਸ਼ਨ ਬੀ 1929 ਦੇ ਵਿੱਚ ਇਸ ਦੀ ਸਥਾਪਨਾ ਹੋਈ ਸੀ। ਤੇ ਇਹਦੀ ਹੁਣ ਕਿੰਨੀਆਂ ਬ੍ਰਾਂਚੇਸ ਹੈ? 64 ਦੇ ਆਲਮੋਸਟ ਇਹਦੀਆਂ ਬ੍ਰਾਂਚੇਸ ਹੈ ਹੁਣ ਬਣੀਆਂ ਹੋਈਆਂ ਨੇ ਜੋ। ਤੇ ਇਸ ਦੇ ਚੇਅਰਮੈਨ ਇਸ ਟਾਈਮ ਕੌਣ ਨੇ? त्रिलोचन महापात्रा। त्रिलोचन महापात्रा। त्रिलोचन महापात्रा की ने इसके किने चेयरपर्सन है। इस तो इलावा क्वेश्चन आ जाता है अमूल। अमूल की फुल फॉर्म की होंगी है जी? आनंद मिल्क यूनियन लिमिटेड। जो ये फाउंडेशन है ये कदों फाउंड हुई सी? 14 दिसंबर 1946 ਨੂੰ ਇਹ फाउंडेशन फाउंड हुई सी। ਤੇ ਇਹ ਕਿਹਦੇ ਨਾਲ ਰਿਲੇਟਡ ਹੈ? ਇਹ ਮਿਲਕ ਦੇ ਨਾਲ ਰਿਲੇਟਡ ਹੈ। ਸਭ ਨੂੰ ਹੀ ਪਤਾ ਹੋਣਾ ਅਮੂਲ ਦਾ ਦੁੱਧ ਜਾਂ ਦਹੀਂ ਲੱਸੀ ਖਾਂਦੇ ਨੇ, ਸੋ ਇਹ ਮਿਲਕ ਦੇ ਨਾਲ ਹੀ ਰਿਲੇਟਡ ਹੈ। ਤੇ ਇਹ ਹੈਗੀ ਕਿੱਥੇ ਹੈ? ਇਹ ਹੈ ਆਨੰਦ। ਆਨੰਦ ਇੱਕ ਪਲੇਸ ਹੈ ਗੁਜਰਾਤ ਦੇ ਵਿੱਚ। तो इस दे नाल ही अपन नेक्स्ट क्वेश्चन दे मूव करते हैं। वीडियो का लास्ट क्वेश्चन है, सेंट्रल राइस रिसर्च इंस्टीट्यूट इज लोकेटेड एट? कि जो सेंट्रल राइस रिसर्च इंस्टीट्यूट है वो कित्थे लोकेटेड है? तो स्टूडेंट इस क्वेश्चन का आंसर फर्स्टली तुसीं खुद करने की कोशिश करनी है, तो इट्स इंपॉर्टेंट क्वेश्चन एग्जाम दे विच पूछा जा सकता है। तो इस क्वेश्चन का आंसर है जी ऑप्शन ए कटक उड़ीसा दे विच। कित्थे है? कटक उड़ीसा दे विच है। इस तो इलावा इंडियन पल्स रिसर्च इंस्टीट्यूट है। पल्स रिसर्च इंस्टीट्यूट इंडिया दे विच कित्थे लोकेटेड है? कानपुर दे विच। कानपुर दे विच। इस तो इलावा होर केड़ा इंस्टीट्यूट पूछा जा सकता है? नेशनल शुगर इंस्टीट्यूट लोकेटेड एट? नेशनल शुगर इंस्टीट्यूट कित्थे लोकेटेड है? ये है जी कानपुर यूपी दे विच। कानपुर यूपी दे विच। ते इस्टैबलिश कदों होया सी? ये 1936 1936 दे विच ये इस्टैबलिश होया सी। इस तो इलावा आप डिस्कस कर लेने हैं जो कि MSP है, मिनिमम सपोर्ट प्राइस। जिवें दे अजकल किसानां वाले केस चल रहा है, ठीक है, उस दे रिगार्डिंग ये वाला क्वेश्चन पूछा जाता है कि MSP पूछा जा सकता है कि मिनिमम सपोर्ट प्राइस फूड ग्रेन्स ते कदों इंट्रोड्यूस किया गया सी? किहड़े साल दे विच इंट्रोड्यूस किया गया सी? कदों किया गया सी? 1964 दे विच इंट्रोड्यूस किया गया सी। सो इस दे नाल ही साडा अज दी वीडियो कंप्लीट हुंदी है। ते जिन्ना भी तुहानूं एक्सट्रा कंटेंट दिता गया है तुसीं उसनूं कॉपी पेन लैके अपनी कॉपी दे विच नोट कर लेना है। जेकर तुहानूं वीडियो वधिया लग रही है तो तुसीं इसनूं वध तों वध शेयर करना है। सो इस दे नाल ही आपां मिलदे अपने नैक्सट वीडियो दे विच। थैंक यू।